ਸਤਿ ਸ਼੍ਰੀ ਅਕਾਲ ਜੀ। ਅਣਖੀ ਪੰਜਾਬ ਟੀਵੀ ਤੇ ਹੀ ਸਾਡੇ ਨਾਲ ਜੁੜੇ ਨੇ ਕਬਰਵੀਰ ਸਿੰਘ ਜੀ ਮੰਜਲ, ਜਨਰਲ ਸਕੱਤਰ OBC ਡਿਪਾਰਟਮੈਂਟ ਭਾਜਪਾ ਵੱਲੋਂ, ਜਿਹੜੇ ਜਨਰਲ ਸਕੱਤਰ ਨੇ ਹਲਕਾ ਦੱਖਣੀ ਦੇ ਹੀ ਇਹਨਾਂ ਨੂੰ ਭਾਜਪਾ ਵੱਲੋਂ ਸੇਵਾਦਾਰ ਲਗਾਇਆ ਗਿਆ ਹੈ। ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਸਰ, ਜਿਹੜੇ ਤੁਸੀਂ ਬੰਦੀ ਛੋੜ ਦਿਵਸ ਤੇ ਦੀਵਾਲੀ ਤੇ ਵਿਸ਼ਵਕਰਮਾ ਦਿਵਸ ਤੇ ਜਿਹੜੀ ਵਧਾਈ ਦੇ ਬੋਰਡ ਲਗਾਏ ਗਏ ਨੇ ਸ਼ਹਿਰ ਵਿੱਚ, ਤੇ ਉੱਥੇ ਸ਼ਾਹੀ ਲਗਾਈ ਗਈ ਹੈ ਤੁਹਾਡੇ ਬੋਰਡਾਂ ਦੇ ਉੱਤੇ, ਤੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ? ਵਰਪਾਲ ਸਾਹਿਬ, ਇਹ ਬੜੀ ਛੋਟੀ ਮਾਨਸਿਕਤਾ ਜਿਹੜੇ ਵੀ ਲੋਕਾਂ ਨੇ ਉਹ ਹਰਕਤ ਕੀਤੀ ਹੈ, ਆਪਣੀ ਮਾਨਸਿਕਤਾ ਦਰਸਾਈ ਆ। ਦੇਖੋ, ਇੱਕ ਮੈਂ ਬੇਨਤੀ ਕਰਦਿਆਂ, ਇਹ ਦੀਵਾਲੀ, ਬੰਦੀ ਛੋੜ ਦਿਵਸ ਔਰ ਬਾਬਾ ਵਿਸ਼ਵਕਰਮਾ ਜੀ ਦੇ ਦਿਵਸ ਦੀਆਂ ਮੈਂ ਵਧਾਈਆਂ ਦੇ ਬੋਰਡ ਲਗਾਏ ਸੀਗੇ। ਇਹ ਬੇਸਿਕਲੀ ਕਾਲਖ ਪੋਤ ਕੇ ਉਹਨਾਂ ਨੇ ਆਪਣੀ ਛੋਟੀ ਮਾਨਸਿਕਤਾ ਹੀ ਦਰਸਾਈ ਹੈ, ਹੋਰ ਕੁਛ ਨਹੀਂ ਹੈਗਾ ਇਹਦੇ ਵਿੱਚ। ਉਹ ਇੱਕ ਛੋਟੀ ਸੋਚ ਦੇ ਲੋਕ ਨੇ ਜਿਨ੍ਹਾਂ ਨੂੰ ਨਹੀਂ ਸਮਝ, ਉਹ ਆਪਣੀਆਂ ਹਰਕਤਾਂ ਕਰ ਰਹੇ ਨੇ ਜੀ। ਇਹ ਪਤਾ ਲੱਗਿਆ ਜੀ ਉਹ ਕਿੰਨਾ ਨੇ ਲਾਈ ਆ, ਕਿੰਨਾ ਵੱਲੋਂ ਲਗਾਈ ਗਈ, ਕਿਉਂ ਲਗਾਈ ਗਈ ਜੀ? ਸਰ, ਇਹ ਨਾ ਬੇਸਿਕਲੀ ਉੱਥੇ ਨਾਮ ਤੇ ਦਿੱਤਾ ਗਿਆ ਕਿਸਾਨੀ ਅੰਦੋਲਨ ਦਾ, ਵੀ ਕਿਸਾਨਾਂ ਵੱਲੋਂ ਲਗਾਈ ਗਈ, ਪਰ ਕਿਸਾਨ ਉਹ ਕੋਈ ਨਹੀਂ ਹੈਗੇ। ਉਹ ਇੱਥੋਂ ਦੇ ਲੋਕਲ ਸੁਲਤਾਨਵਿੰਡ ਏਰੀਏ ਦੇ, ਕੁਝ ਇੱਧਰ ਦੇ ਏਰੀਏ ਦੇ ਲੋਕ ਨੇ। ਦੇਖੋ, ਇਹ ਰਾਜਨੀਤੀ ਹੈ, ਇਹਦੇ ਵਿੱਚ ਇਹ ਚੀਜ਼ਾਂ ਚੱਲਦੀਆਂ ਨੇ, ਕੋਈ ਵੱਡੀ ਗੱਲ ਨਹੀਂ ਇਹਦੇ ਵਿੱਚ। ਪਰ ਉਹ ਬੋਰਡ ਜਿਹੜੇ ਲਗਾਏ ਗਏ ਹੋਏ ਤੇ ਇੱਕ ਵਧਾਈ ਦੇ ਸੀ, ਜਿਹਦੇ ਤੇ ਗੁਰੂ ਸਾਹਿਬ ਜੀ ਦੀ ਵੀ ਤਸਵੀਰ ਜਾਂ ਲਿਖਿਆ ਸੀਗਾ, ਉਹਦੇ ਤੇ ਲਗਾਉਣੀ ਠੀਕ ਸੀ? ਕੀ ਸਮਝਦੇ ਹੋ ਸਰ? ਬਿਲਕੁਲ ਗਲਤ ਸੀਗੀ ਜੀ। ਦੇਖੋ, ਵਧਾਈ ਗੁਰੂ ਸਾਹਿਬ ਦੀ ਦਿੱਤੀ ਗਈ। ਦੇਖੋ, ਆਪਾਂ ਬੇਅਦਬੀ ਦੀ ਗੱਲ ਕਰਦੇ ਹਾਂ, ਬੇਅਦਬੀ ਇਸ ਤੋਂ ਵੱਧ ਕਿ ਹੋਰ ਕੀ ਹੋ ਸਕਦੀ ਹੈ? ਵੀ ਇੱਕ ਸ਼ਖਸ ਗੁਰੂ ਮਹਾਰਾਜ ਦੀਆਂ ਵਧਾਈਆਂ ਦੇ ਰਿਹਾ ਤੇ ਉਹਨੂੰ ਅਸੀਂ ਉਹਦੇ ਤੇ ਕਾਲਖ ਪੋਤ ਕਰਕੇ ਕੀ ਸਾਬਤ ਕੀ ਕਰਨਾ ਚਾਹੁੰਦੇ? ਮੈਨੂੰ ਤਾਂ ਉਹਨਾਂ ਦੀ ਮਾਨਸਿਕਤਾ ਨਹੀਂ ਸਮਝ ਆਈ। ਜੇ ਠੀਕ ਆ, ਮੇਰੇ ਤੇ ਕਾਲਖ ਪੋਤ ਕੇ, ਮੇਰੀ ਫੋਟੋ ਤੇ ਕਾਲਖ ਪੋਤ ਕੇ ਉਹਨਾਂ ਦੀ ਰੂਹ ਨੂੰ ਸਕੂਨ ਮਿਲਦਾ ਵਾ, ਤੇ ਮੈਨੂੰ ਕੋਈ ਪਰੇਸ਼ਾਨੀ ਨਹੀਂ। ਬਟ ਲੇਕਿਨ ਉਹਨਾਂ ਨੂੰ ਇਹ ਵੀ ਸਮਝ ਰੱਖਣੀ ਚਾਹੀਦੀ ਸੀ ਕਿ ਵਧਾਈ ਗੁਰੂ ਸਾਹਿਬ ਦੇ ਗੁਰਪੁਰਬ ਦੀ ਸੀਗੀ, ਕੋਈ ਮੈਂ ਆਪਣੇ ਨਿੱਜੀ ਬੋਰਡ ਨਹੀਂ ਸੀ ਲਗਾਏ ਹੋਏ ਉੱਥੇ। ਇਹਨਾਂ ਤੁਹਾਡੇ ਨਾਲ ਕੋਈ ਨਿੱਜੀ ਰੰਜਿਸ਼ ਕਰਦੀ ਹੈ? ਕਿਉਂਕਿ ਇਹਦੇ ਵਿੱਚ ਹੋਰ ਵੀ ਪਾਰਟੀਆਂ ਨੇ ਲਗਾਇਆ, ਅਕਾਲੀ ਦਲ, ਆਮ ਪਾਰਟੀ, ਕਾਂਗਰਸ, ਤੁਹਾਡੇ ਤੇ ਜਿਹੜੇ ਬੋਰਡ ਤੇ ਕਿਉਂ ਲਗਾਈ ਗਈ? ਵੀਰ ਜੀ, ਮੈਂ ਇੱਕ ਬੇਨਤੀ ਕਰਦਿਆਂ, ਰੰਜਿਸ਼ ਮੇਰੀ ਕਿਸੇ ਨਾਲ ਵੀ ਨਹੀਂ ਹੈਗੀ। ਇਹ ਨਾ ਕੁਝ ਛੋਟੀ ਸੋਚ ਦੇ ਲੋਕ ਨੇ, ਜਦੋਂ ਆਪਾਂ ਰਾਜਨੀਤੀ ਦੇ ਵਿੱਚ ਆ ਜਾਂਦੇ ਆ, ਇਸ ਤਰ੍ਹਾਂ ਦੇ ਤੁਸੀਂ ਆਪਣੀ ਭੜਾਸ ਕੱਢ ਲੋਗੇ, ਲੋਕਾਂ ਦੇ ਦਿਲਾਂ 'ਚੋਂ ਥੋੜ੍ਹਾ ਮੈਨੂੰ ਕੱਢ ਲੋਗੇ। ਇੱਦਾਂ ਨਹੀਂ ਮੈਂ ਨਿਕਲਣ ਵਾਲਾ, ਕੋਈ ਗੱਲ ਨਹੀਂ ਹੈਗੀ। ਇਹ ਛੋਟੀ ਮਾਨਸਿਕਤਾ ਜਿੰਨੀ ਕੁ ਜਿਹਦੀ ਸਮਝ ਸੀ ਉਹਨੇ ਆਪਣੀ ਹਰਕਤ ਕਰਕੇ ਦਿਖਾ ਦਿੱਤੀ ਆ। ਹਾਂਜੀ, ਇਸ ਤਰ੍ਹਾਂ ਦਾ ਕੁਝ ਨਾ ਹੋਵੇ, ਕੀ ਮੈਸੇਜ ਦੇਣਾ ਚਾਹੋਗੇ? ਸਰ, ਮੈਂ ਬੇਨਤੀ ਕਰਨੀ ਚਾਹਾਂਗਾ ਕਿ ਇਹ ਜਿਹੜੇ ਲੋਕ ਇੱਦਾਂ ਦੀਆਂ ਹਰਕਤਾਂ ਕਰ ਰਹੇ ਨੇ ਨਾ, ਇਹਨਾਂ ਤੋਂ ਸੁਚੇਤ ਹੋਣ ਦੀ ਲੋੜ ਹੈ। ਬੜੇ ਮੁਸ਼ਕਿਲ ਦੇ ਨਾਲ ਪੰਜਾਬ ਦੇ ਵਿੱਚ ਇੱਕ ਸ਼ਾਂਤੀ ਵਾਰਤਾ ਬਣੀ ਹੈ। ਬੜਾ ਅਸੀਂ ਇੱਕ ਕਾਲਾ ਦੌਰ ਹੰਢਾ ਚੁੱਕੇ ਹਾਂ ਪਹਿਲਾਂ। ਇਹ ਦੁਬਾਰਾ ਅਸੀਂ ਇਹਦੇ ਵਾਸਤੇ ਬਿਲਕੁਲ ਤਿਆਰ ਨਹੀਂ ਕਿ ਅਸੀਂ ਇਸ ਤਰ੍ਹਾਂ ਦਾ ਕੋਈ ਮਾਹੌਲ ਬਣ, ਔਰ ਜਿਹੜੇ ਵੀ ਲੋਕ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ, ਉਹਨਾਂ ਤੋਂ ਸੁਚੇਤ ਲੈਣ ਦੀ ਲੋੜ ਆ। ਮੰਜਲ ਸਾਹਿਬ, ਜਿਸ ਤਰ੍ਹਾਂ BJP ਵੱਲੋਂ ਇਹ ਵੇਖਿਆ ਜਾਵੇ ਤੁਹਾਨੂੰ ਹਲਕਾ ਦੱਖਣੀ ਦੇ ਵਿੱਚ ਉਤਾਰਿਆ ਗਿਆ ਵਾ, ਮੈਨੂੰ ਕਿੱਦਾਂ ਵੇਖ ਰਹੇ ਜੀ? ਕਿੱਦਾਂ ਤੁਹਾਨੂੰ ਇਲਾਕੇ ਦੀ ਕਿੱਦਾਂ ਤੁਸੀਂ ਸੇਵਾ ਕਰੋਗੇ ਜੀ, ਜੇ ਹਲਕੇ ਵੱਲੋਂ ਤੁਹਾਨੂੰ ਜਿਹੜੀ ਹੈ ਸੇਵਾ ਮਿਲੀ ਹੈ ਜੀ? ਸਰ, ਹਲਕੇ ਦੀ ਸੇਵਾ, ਮੇਰਾ ਪਰਿਵਾਰ, ਮੈਂ ਪਿਛਲੇ ਲੰਬੇ ਸਮੇਂ ਤੋਂ ਦੱਖਣੀ ਹਲਕੇ ਦੇ ਵਿੱਚ ਹੀ ਅਸੀਂ ਪਹਿਲਾਂ ਤੋਂ ਹੀ ਸੇਵਾ ਕਰ ਰਹੇ ਹਾਂ। ਐਸਾ ਹੀ ਕੋਈ ਗੱਲ ਨਹੀਂ ਗੀ। ਬਾਕੀ ਪੰਜਾਬ ਹਲਕੇ ਦੇ ਨਾ, ਮੈਂ ਵਰਪਾਲ ਸਾਹਿਬ ਤੁਹਾਨੂੰ ਬੇਨਤੀ ਕਰਦਾ, ਘਰ ਘਰ ਦੇ ਵਿੱਚ ਸਾਡੀ ਪਹਿਚਾਣ ਆ। ਸਾਡਾ ਬਹੁਤ ਜੰਮਣਾ ਪਲਣਾ, ਵੱਡੇ ਹੋਣਾ ਸਾਰਾ ਇੱਥੇ ਹੀ ਹੋਇਆ। ਅਸੀਂ ਕੋਈ ਨਵੇਂ ਨਹੀਂ, ਮੈਂ ਕੋਈ ਬਾਹਰੋਂ ਨਹੀਂ ਆਇਆ ਹੋਇਆ। ਮੈਂ ਇਸੇ ਹਲਕੇ ਦਾ ਹੀ ਵਸਨੀਕ ਹੈ, ਇੱਥੇ ਹੀ ਜੰਮਿਆ ਪਲਿਆ, ਇੱਥੇ ਹੀ ਵੱਡਾ ਹੋਇਆ, ਔਰ ਇੱਥੇ ਹੀ ਮੈਂ ਰਹਿਣਾ ਵਾ, ਅਤੇ ਲੋਕਾਂ ਦੇ ਵਿੱਚ ਰਹਿ ਕੇ ਆਪਾਂ ਸੇਵਾ ਕਰਨੀ ਲੋਕਾਂ ਦੀ ਜੀ। ਮੰਜਲ ਸਾਹਿਬ, ਇੱਕ ਗੱਲ ਵੇਖੀ ਜਾਵੇ, ਤੁਸੀਂ ਇੱਕ ਰਾਮਗੜੀਆ ਬਰਾਦਰੀ ਨੂੰ ਬਿਲੋਂਗ ਕਰਦੇ ਜੀ। ਇੱਥੇ ਵੋਟ ਵੀ ਰਾਮਗੜੀਆ ਦੇ ਬੈਂਕ ਦੀ ਕਾਫੀ ਵੋਟ ਹੈ, ਪਹਿਲੇ ਨੰਬਰ 'ਤੇ ਰਾਮਗੜੀਆ, ਦੂਜੇ ਨੰਬਰ 'ਤੇ ਸੁਨਹਿਰਾ ਬਰਾਦਰੀ, BC ਦੀ ਕਾਫੀ ਵੋਟ ਹੈ। ਅਤੇ ਕਿੱਦਾਂ ਵੇਖ ਰਹੇ, ਕਿੱਦਾਂ ਤੁਸੀਂ ਉਹਨਾਂ ਨੂੰ ਲਿਆਉਂਗੇ, ਹੈਂਡਲ ਕਿੱਦਾਂ ਕਰੋਗੇ ਜੀ ਉਹਨਾਂ ਨੂੰ? ਦੇਖੋ, ਮੈਂ OBC ਨੂੰ ਹੀ ਰੀਪ੍ਰਜੈਂਟ ਕਰਦਾ ਭਾਜਪਾ ਦੇ ਵਿੱਚ ਐਜ ਏ ਪ੍ਰਦੇਸ਼ ਮਹਾਮੰਤਰੀ, ਜਿਹਨੂੰ ਆਪਾਂ ਜਨਰਲ ਸਕੱਤਰ ਕਹਿ ਦਿੰਦੇ ਹਾਂ। ਸੂਬੇ ਦਾ ਮੈਂ ਜਨਰਲ ਸਕੱਤਰ ਹਾਂ, OBC ਮੋਰਚੇ ਦਾ ਹੀ। ਔਰ ਇਸੇ ਲਈ ਸ਼ਾਇਦ ਭਾਜਪਾ ਨੇ ਮੈਨੂੰ ਇੱਥੋਂ ਦੀ ਸੇਵਾ ਦਿੱਤੀ ਆ ਵੀ ਤੁਸੀਂ ਸੇਵਾ ਕਰੋ ਇਲਾਕੇ ਦੀ ਜਾ ਕੇ, ਕਿ ਨਰੋਲ OBC ਦੀ ਸੀਟ ਆਏ। ਅਤੇ ਹੁਣ ਕੁਝ ਕੁ ਲੋਕ ਐਸੇ ਨੇ ਜਿਨ੍ਹਾਂ ਨੂੰ OBC ਨਹੀਂ ਪਸੰਦ, ਅਤੇ ਫਿਰ ਉਹ ਤੁਹਾਨੂੰ ਪਤਾ ਆਪਣੀ ਤਰਲੋ ਮੱਛੀ 'ਤੇ ਲੱਗਣੀ ਕੋਈ ਵੱਡੀ ਗੱਲ ਨਹੀਂ ਸੀ। ਇਹ ਹੋਣਾ ਕੋਈ, ਮੈਂ ਨਹੀਂ ਸਮਝਦਾ ਕਿ ਕੋਈ ਬੜੀ ਵੱਡੀ ਗੱਲ ਹੋਈ ਆ। ਇਹ ਜਿੰਨੀ ਕਿ ਜਿਹਦੀ ਮਾਨਸਿਕਤਾ ਸੀ ਉਹ ਸਾਹਮਣੇ ਆ ਗਈ ਆ, ਹੋਰ ਕੁਝ ਵੀ ਨਹੀਂ ਹੈ। ਇੱਕ ਮੰਜਲ ਸਾਹਿਬ, ਬੜੀ ਵੱਡੀ ਇੱਥੋਂ ਦੀ ਸਮੱਸਿਆ ਹੈਗੀ ਆ, ਜਿਸ ਤਰ੍ਹਾਂ ਡੈਂਪ ਦਾ ਮੁੱਦਾ। ਇੱਥੇ ਡੈਂਪ ਦੇ ਕਾਫੀ ਸਿਆਸੀ ਲੋਕ ਆ ਗਏ, ਇੱਥੇ ਧਰਨੇ ਵੀ ਲੱਗੇ ਨੇ ਸਾਂਝੀ ਸੰਘਰਸ਼ ਕਮੇਟੀ ਵੱਲੋਂ। ਵੇਖਿਆ ਜਾਵੇ, ਡੈਂਪ ਦੇ ਮੁੱਦੇ 'ਤੇ ਹੀ ਹਲਕਾ ਵਿਧਾਇਕ ਜਿੱਤੇ ਨੇ। ਹੁਣ ਇਸ ਵਕਤ ਇੱਥੇ ਹੁਣ ਤੁਸੀਂ ਵੀ ਉਹ ਮੈਦਾਨ ਦੇ ਵਿੱਚ ਉਤਰੇ ਜੇ BJP ਵੱਲੋਂ। ਉੱਧਰੋਂ ਡਾਕਟਰ ਇੰਦਰਬੀਰ ਸਿੰਘ ਜੀ ਨਿੱਜਰ ਜਿਹੜੇ ਆਮ ਪਾਰਟੀ ਦੇ ਨੇ, ਉੱਧਰੋਂ ਆਪਣੇ ਤਲਵੀਰ ਸਿੰਘ ਜੀ ਗਿੱਲ ਉਮੀਦਵਾਰ ਐਲਾਨ ਦਿੱਤੇ ਨੇ। ਹਲਕਾ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਕਾਫੀ 3-4 ਵਾਰੀ ਬਣ ਚੁੱਕੇ ਨੇ, ਤੇ ਤੁਸੀਂ ਵੀ ਉੱਧਰ ਆਏ ਜੀ। ਕਿੱਦਾਂ ਵੇਖ ਰਹੇ ਜੀ, ਜੇ ਡੈਂਪ ਦਾ ਮੁੱਦਾ ਬਹੁਤ ਸਮੱਸਿਆ ਵਾ, ਇੱਕ ਡੈਂਗੂ ਵੀ ਬਹੁਤ ਜ਼ਿਆਦਾ ਫੈਲਿਆ ਹੋਇਆ ਵਾ, ਪਹਿਲੋਂ ਕਰੋਨਾ ਮਹਾਂਮਾਰੀ ਦੇ ਨਾਲ ਲੋਕ ਕਾਫੀ ਹੋਏ ਸੀ, ਤੇ ਉਹ ਕਿੱਦਾਂ ਵੇਖ ਰਹੇ ਜੀ ਫਿਰ ਉਹਨੂੰ ਵੀ?
ਵਰਪਾਲ ਸਾਹਿਬ, ਮੈਂ ਤੁਹਾਨੂੰ ਇੱਕ ਬੇਨਤੀ ਕਰਦਾ, ਜਿਹੜੇ ਸਾਡੇ ਸ਼ਹਿਰ ਦੇ ਹਾਲਾਤ ਨੇ ਨਾ, ਉਹ ਇੰਨੇ ਕੁ ਨਾਜ਼ੁਕ ਨੇ ਵੀ ਜਿਨ੍ਹਾਂ ਦੀ ਅਸੀਂ ਡਿਸਕਸ਼ਨ ਨਹੀਂ ਕਰ ਸਕਦੇ। ਚਲੋ ਕਰੋਨਾ ਦਾ ਇੱਕ ਦੌਰ ਆਇਆ, ਸਾਰੇ ਵਰਲਡ ਦੇ ਵਿੱਚ ਆਇਆ, ਪਰ ਮੈਂ ਤੁਹਾਨੂੰ ਇੱਕ ਜਾਣਕਾਰੀ ਦੇ ਦਿੰਦਾ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਾਊਥ ਹਲਕੇ ਦੇ ਵਿੱਚੋਂ ਡੇਂਗੂ ਦੇ ਪੇਸ਼ੈਂਟ ਨੇ। ਕੋਈ ਇੱਥੇ ਸਪਰੇਅ ਨਹੀਂ ਜੀ ਹੋ ਰਹੀ, ਕੋਈ ਇੱਥੇ ਫੋਗਿੰਗ ਨਹੀਂ ਜੀ ਹੋ ਰਹੀ, ਕੋਈ ਇੰਤਜ਼ਾਮ ਹੀ ਨਹੀਂ ਸਰਕਾਰ ਵੱਲੋਂ ਵੀ ਜਿਹੜਾ ਅਸੀਂ ਲੋਕ ਸੇਵਾ ਦੇ ਹਿੱਤ 'ਚ ਕਰਨੇ, ਜਿਨ੍ਹਾਂ ਵਾਸਤੇ ਅਸੀਂ ਨੁਮਾਇੰਦੇ ਚੁਣਦੇ ਹਾਂ, ਨੁਮਾਇੰਦੇ ਬਣਦੇ ਹਾਂ, ਉਹੋ ਜਿਹਾ ਕੋਈ ਕੰਮ ਨਹੀਂ ਹੋ ਰਿਹਾ। ਜਿੱਥੋਂ ਤੱਕ ਤੁਸੀਂ ਸਵਾਲ ਕੀਤਾ ਡੰਪ ਦਾ, ਮੈਂ ਅੱਜ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਇਹ ਤੁਹਾਨੂੰ ਗਰੰਟੀ ਦਿੰਦਾ ਵਾਂ, ਜੇ ਹਲਕੇ ਦੇ ਲੋਕ ਦਾਸ ਨੂੰ ਸੇਵਾ ਦਾ ਮੌਕਾ ਦਿੰਦੇ ਆ, ਔਰ ਜੋ ਇਹਦੇ ਵਾਸਤੇ ਵਧੀਆ ਤੋਂ ਵਧੀਆ ਬਣ ਸਕਦਾ, ਮੈਂ ਉਹਦੇ ਲਈ ਪੂਰੀ ਦਿਲ ਤੋਂ ਕੰਮ ਕਰਾਂਗਾ। ਦੂਸਰੀ ਗੱਲ, ਇੱਕ ਚੀਜ਼ ਮੈਂ ਤੁਹਾਨੂੰ ਦੱਸਦਾ, ਇਹਦਾ ਕੋਈ ਹੱਲ ਕੱਢ ਸਕਦੀ ਹੈ ਕਿ ਬਹੁਤ ਵੱਡੇ ਬਜਟ ਦਾ ਕੰਮ ਹੈ, ਤੇ ਉਹ ਸਿਰਫ ਭਾਜਪਾ ਹੀ ਕੱਢ ਸਕਦੀ ਹੈ। ਸੈਂਟਰ ਸਰਕਾਰ ਦੀ ਰਜਾਮੰਦੀ ਨਾਲ ਹੀ ਇਹਦੇ ਮਸਲੇ ਹੱਲ ਹੋਣੇ ਆ, ਔਰ ਉਹਦੇ ਵਾਸਤੇ ਆਪਾਂ ਦਿਨ ਰਾਤ ਇੱਕ ਕਰ ਦਿਆਂਗੇ। ਉਹ ਇਲਾਕੇ ਦੇ ਵਾਸੀਆਂ ਨਾਲ ਬੈਠ ਕੇ ਇਹਦੇ ਤੇ ਪ੍ਰੋਪਰ ਇੱਕ ਪਲਾਨ ਬਣਾ ਕਰਕੇ ਫਿਰ ਸੈਂਟਰ ਸਰਕਾਰ ਨੂੰ ਭੇਜਾਂਗੇ ਵੀ ਇਸ ਤਰੀਕੇ ਨਾਲ ਅਸੀਂ ਇਹਦਾ ਹੱਲ ਚਾਹੁੰਦੇ ਹਾਂ, ਤੇ ਪ੍ਰਮਾਤਮਾ ਕਿਰਪਾ ਕਰੇਗਾ, ਆਪਾਂ ਉੱਪਰੋਂ ਹਾਈ ਕਮਾਂਡ ਤੋਂ ਇਸ ਹੱਲ ਨੂੰ ਹੱਲ ਕਰਵਾ ਵੀ ਲਵਾਂਗੇ। ਜਿਸ ਤਰ੍ਹਾਂ ਫਿਰ ਉਹ ਗੱਲ ਤੇ ਆਉਂਦੇ ਆ ਜੀ, ਤੁਹਾਡੇ ਜਿਹੜੇ ਬੋਰਡ ਲਗਾਏ ਗਏ ਨੇ, ਉੱਥੇ ਗੁਰਪੁਰਬ ਦੀ ਵਧਾਈ ਦਿੱਤੀ ਗਈ ਹੈ, ਦੀਵਾਲੀ ਦੀ ਵਧਾਈ ਦਿੱਤੀ ਗਈ ਆ, ਉੱਥੇ ਜਿਸ ਤਰ੍ਹਾਂ ਇਹੋ ਜਿਹੇ ਲੋਕ ਨੇ ਜਿਹੜੇ ਛਾਈਆਂ ਪਾਉਂਦੇ ਨੇ, ਤੇ ਉਹਨਾਂ ਨੂੰ ਕਿੱਦਾਂ ਵੇਖ ਰਹੇ ਜੀ, ਕੀ ਕਹਿਣਾ ਚਾਹੁੰਦੇ ਉਹਨਾਂ ਨੂੰ? ਵਰਪਾਲ ਸਾਹਿਬ, ਮੈਂ ਇੱਕ ਬੇਨਤੀ ਕਰਦੇ ਹਾਂ ਤੁਹਾਨੂੰ, ਤੁਸੀਂ ਛਾਈਆਂ ਸਿਰਫ ਬੋਰਡਾਂ ਦੇ ਪਾ ਸਕਦੇ ਹੋ। ਮੇਰੀ ਗੱਲ ਦਾ ਗੁੱਸਾ ਨਾ ਕਰਨਾ, ਤੁਸੀਂ ਕਿਸੇ ਦੇ ਦਿਲ 'ਚੋਂ ਥੋੜ੍ਹਾ ਕਿਸੇ ਨੂੰ ਕੱਢ ਲੋਗੇ। ਜੇ ਹੁਣ ਜੇ ਹਲਕੇ ਦੇ ਲੋਕ ਮੈਨੂੰ ਪਿਆਰ ਕਰਦੇ ਨੇ, ਤੇ ਹੁਣ ਕਿਸੇ ਦਾ ਪਿਆਰ ਤੇ ਕਿਸੇ ਦਾ ਅਸੀਂ, ਉਹ ਭਾਵਨਾਵਾਂ ਦਾ ਵਿਸ਼ੇ ਆ, ਉੱਥੇ ਇਹਨਾਂ ਦਾ ਜ਼ੋਰ ਨਹੀਂ ਚੱਲਣਾ। ਤੁਸੀਂ ਚਿੰਤਾ ਨਾ ਕਰੋ, ਗੁਰੂ ਮਹਾਰਾਜ ਕਿਰਪਾ ਕਰਨਗੇ, ਇਹਨਾਂ ਦਾ ਜ਼ੋਰ ਨਹੀਂ ਚੱਲੇਗਾ ਉੱਥੇ। ਤੁਸੀਂ ਵੇਖਿਆ ਜਾਵੇ, ਤੁਸੀਂ ਪਹਿਲੋਂ ਵੀ ਕਾਫੀ ਆਜ਼ਾਦ ਵੀ ਇੱਕ ਵਾਰੀ ਉਮੀਦਵਾਰ ਐਲਾਨੇ ਸੀ, ਉਹ ਕਿਹੜੇ ਸੰਨ ਦੇ ਵਿੱਚ ਤੁਹਾਡਾ ਕਿਸ ਤਰ੍ਹਾਂ ਇਹ ਸਿਆਸਤ ਵਾਲੇ ਬੰਨੇ ਤੁਹਾਡਾ ਕਿੱਦਾਂ ਮਨ ਆਇਆ ਜੀ ਇੱਧਰੋਂ? 2007 'ਚ ਮੈਂ ਐਜ਼ ਏ ਇੰਡੀਪੈਂਡੈਂਟ ਅੰਮ੍ਰਿਤਸਰ ਤੋਂ ਕੈਂਡੀਡੇਟ ਬਣਿਆ ਸੀਗਾ। ਉਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਮੈਨੂੰ ਬਿਠਾ ਦਿੱਤਾ ਸੀ, ਤੇ ਮੈਂ ਇਲੈਕਸ਼ਨ ਨਹੀਂ ਸੀ ਲੜਿਆ। ਮੌਕੇ ਦੇ ਸਾਡੇ ਵਿਧਾਇਕ ਸਰਦਾਰ ਰਮਿੰਦਰ ਸਿੰਘ ਬੁਲਾਰੀਆ ਜੀ ਦੇ ਹੱਕ 'ਚ ਮੈਂ ਕਾਗਜ਼ ਵਾਪਸ ਲਏ ਸੀਗੇ। ਉਸ ਤੋਂ ਬਾਅਦ ਮੈਂ ਪਾਰਟੀ ਦੇ ਵਿੱਚ ਪੂਰੀ ਤਰ੍ਹਾਂ ਕਾਰਜਰਤ ਰਿਹਾ ਵਾਂ, ਤਗੜੇ ਲੈਵਲ 'ਤੇ ਮੈਂ ਕੰਮ ਵੀ ਕੀਤਾ ਅਕਾਲੀ ਦਲ ਦੇ ਵਿੱਚ। ਫਿਰ ਮੈਂ ਪੰਜਾਬ ਸਰਕਾਰ ਦੇ ਵਿੱਚ ਸੀਨੀਅਰ ਵਾਈਸ ਚੇਅਰਮੈਨ ਰਾਮਗੜੀਆ ਵੈਲਫੇਅਰ ਬੋਰਡ ਦੇ ਤੌਰ 'ਤੇ ਵੀ ਸੇਵਾ ਨਿਭਾਈ ਹੈ ਸਰਕਾਰ ਦੇ ਵਿੱਚ। ਉਪਰੰਤ ਕੁਝ ਚਲੋ ਪਾਰਟੀਆਂ 'ਚ ਗੱਲਾਂ ਹੋ ਜਾਂਦੀਆਂ ਨੇ, ਮੈਂ ਕੋਈ ਕਾਰਨ ਬਣਿਆ ਤੇ ਮੈਨੂੰ ਪਤਾ ਨਹੀਂ, ਮੇਰੀ ਡੈਸਟਨੀ ਕਹਿ ਲਓ ਜਾਂ ਮੈਨੂੰ ਕੀ ਕਹਿ ਲਓ, ਮੇਰੇ ਕਿਸਮਤ ਮੈਨੂੰ ਖਿੱਚ ਕੇ ਭਾਰਤੀ ਜਨਤਾ ਪਾਰਟੀ 'ਚ ਲਾਈ। ਪਿਛਲੇ 2 ਸਾਲ ਤੋਂ ਮੈਂ ਬੀਜੇਪੀ ਦੇ ਵਿੱਚ ਵਰਕਿੰਗ ਆ, ਤੇ ਇਸ ਟਾਈਮ ਪ੍ਰਦੇਸ਼ ਮਹਾਮੰਤਰੀ ਦੇ ਤੌਰ 'ਤੇ ਸੇਵਾ ਨਿਭਾ ਰਿਹਾ। ਹੁਣ ਪਾਰਟੀ ਨੇ ਮੈਨੂੰ ਸੇਵਾ ਦਿੱਤੀ ਹੈ ਕਿ ਤੁਸੀਂ ਐਜ਼ ਏ ਹਲਕਾ ਇੰਚਾਰਜ ਹਲਕੇ ਦਾ ਦੇਖੋ, ਸਾਰਾ ਸਿਸਟਮ ਸੈੱਟ ਕਰੋ, ਔਰ ਮੈਂ ਆਪਣੇ ਤੌਰ 'ਤੇ ਲੱਗਾ ਹੋਇਆ ਵਾਂ। ਪ੍ਰਮਾਤਮਾ ਭਲੀ ਕਰਨਗੇ ਜੀ। ਜਿਸ ਤਰ੍ਹਾਂ ਤੁਹਾਡੇ ਬੋਰਡ ਤੇ ਸ਼ਾਹੀ ਪਾ ਕੇ ਤੁਹਾਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ, ਕਿ ਤੁਸੀਂ ਨਿਰੰਤਰ ਸੇਵਾ ਇਸੇ ਤਰ੍ਹਾਂ ਨਿਭਾਉਂਦੇ ਰਹੋਗੇ? ਸਰ, ਇਹ ਇੱਕ ਛਾਈਆਂ ਪਾਉਣ ਨਾਲ ਕਿਸੇ ਦੀ ਸੇਵਾ ਨਹੀਂ ਰੁਕਣੀ, ਸੇਵਾ ਚੱਲਦੀ ਰਹੇਗੀ। ਇਹ ਛੋਟੀ ਮਾਨਸਿਕਤਾ ਵਾਲੇ ਲੋਕ ਨੇ। ਦੇਖੋ, ਮੈਂ ਤੁਹਾਨੂੰ ਇੱਕ ਬੇਨਤੀ ਕਰਦੇ ਹਾਂ, ਇੱਕ ਨਾ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਸੁਣਾਉਣਾ ਤੁਹਾਨੂੰ। ਇੱਕ ਸ਼ਖਸ ਪਿਛਲੇ 30-32 ਸਾਲ ਤੋਂ ਟ੍ਰੇਨ 'ਚ ਸਫ਼ਰ ਕਰ ਰਿਹਾ ਸੀਗਾ, ਤੇ ਇੱਕ ਦਿਨ ਇੱਕ ਬੰਦਾ ਚੜ੍ਹਿਆ ਇੱਕ ਸਟੇਸ਼ਨ ਤੋਂ, ਤੇ ਦੂਸਰੇ ਸਟੇਸ਼ਨ 'ਤੇ ਉਤਰਨਾ ਸੀ, ਤਾਂ ਕੋਈ ਮਤਭੇਦ ਹੋਏ, ਤਾਂ ਉਹਨੇ 2-3 ਘਸੁੰਨ ਮਾਰ ਦਿੱਤੇ ਉਹਨੂੰ, ਤੇ ਅਗਲੇ ਸਟੇਸ਼ਨ 'ਤੇ ਉਤਰ ਗਿਆ। ਉਸ ਤੋਂ ਅਗਲੇ 'ਤੇ ਉਹ ਵੀ ਉਤਰਿਆ, ਉਹਦੇ ਸਾਥੀਆਂ ਨੇ ਕਿਹਾ ਵੀ ਤੈਨੂੰ ਉਹਨੇ ਘਸੁੰਨ ਮਾਰੇ ਤੂੰ? ਕਹਿੰਦਾ ਮੈਂ ਪਿਛਲੇ 32 ਸਾਲਾਂ ਤੋਂ ਸਫ਼ਰ ਕਰ ਰਿਹਾ, ਤੇ ਮੈਨੂੰ ਪਤਾ ਮੈਂ ਇਮਾਨਦਾਰ ਹਾਂ, ਤੇ ਮੈਨੂੰ ਕੋਈ ਫਰਕ ਨਹੀਂ ਪੈਂਦਾ। ਹੁਣ ਉਹਦੀ ਮਾਨਸਿਕਤਾ ਉਹਦੇ ਨਾਲ ਆ, ਮੇਰੀ ਮਾਨਸਿਕਤਾ ਮੇਰੇ ਨਾਲ ਹੈ, ਮੈਂ ਆਪਣੀ ਇਮਾਨਦਾਰੀ 'ਤੇ ਖੜਾ ਵਾਂ। ਇਹ ਜਿਹੜੀ ਛੋਟੀ ਸੋਚ ਦੇ ਲੋਕ ਨੇ, ਇਹ ਸਟੇਸ਼ਨ ਤੋਂ ਚੜ੍ਹਨੇ ਉਸ ਸਟੇਸ਼ਨ 'ਤੇ ਉਤਰ ਜਾਣੇ ਨੇ, ਇਹਨਾਂ ਦਾ ਕੀ ਲੈਣਾ ਦੇਣਾ ਜੀ, ਇਹਨਾਂ ਦਾ ਕੋਈ ਫਰਕ ਨਹੀਂ ਪੈਂਦਾ। ਇਹਦੇ ਵਿੱਚ ਜਿਸ ਤਰ੍ਹਾਂ ਹੁਣ ਦੀਵਾਲੀ ਆ ਰਹੀ ਹੈ ਜੀ, ਉਹਦੇ ਵਿੱਚ ਕੋਈ ਤੁਸੀਂ ਆਮ ਲੋਕਾਂ ਨੂੰ ਜਾਂ ਨੌਜਵਾਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ? ਮੈਂ ਆਪਣੇ ਸ਼ਹਿਰ ਵਾਸੀਆਂ ਨੂੰ, ਆਪਣੇ ਹਲਕੇ ਦੇ ਵਾਸੀਆਂ ਨੂੰ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਦੋਵੇਂ ਹੱਥ ਜੋੜ ਕੇ ਪਹਿਲਾਂ ਤੇ ਦੀਵਾਲੀ, ਬੰਦੀ ਛੋੜ ਦਿਵਸ ਔਰ ਵਿਸ਼ਵਕਰਮਾ ਦਿਵਸ ਦੀਆਂ ਮੈਂ ਵਧਾਈਆਂ ਦਿੰਦਾ ਹਾਂ। ਉਸ ਦੇ ਨਾਲ ਮੈਂ ਸਾਰਿਆਂ ਦੀ ਤਰੱਕੀ ਦੀ ਕਾਮਨਾ ਕਰਦਾ ਹਾਂ। ਪ੍ਰਮਾਤਮਾ ਸਭ ਨੂੰ ਖੁਸ਼ ਰੱਖੇ। ਔਰ ਨਾਲ ਮੈਂ ਬੇਨਤੀ ਕਰਨੀ ਚਾਹਾਂਗਾ, ਜਿਨ੍ਹਾਂ ਨੇ ਇਹ ਹਰਕਤ ਕੀਤੀ ਆ, ਪ੍ਰਮਾਤਮਾ ਉਹਨਾਂ ਦੇ ਵੀ ਮਤ ਬੁੱਧੀ ਬਖਸ਼ੇ, ਉਹ ਵੀ ਸਮੱਤ 'ਚ ਆਉਣ। ਇਹ ਜਿਹੜੀਆਂ ਕੁਝ ਜਿਹੀਆਂ ਹਰਕਤਾਂ ਉਹ ਕਰਦੇ ਨੇ, ਪ੍ਰਮਾਤਮਾ ਉਹਨਾਂ ਦੀ ਮਤ ਸੁਚੱਜੀ ਕਰਨ ਕਿ ਉਹ ਇਹੋ ਜਿਹੀਆਂ ਹਰਕਤਾਂ ਤੋਂ ਬਾਜ਼ ਆ ਜਾਣ। ਬਸ ਇੰਨੀਆਂ ਬੇਨਤੀਆਂ ਕਰਨ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੀ ਕੰਵਰਜੀਤ ਸਿੰਘ ਜੀ ਮੰਜਲ ਸਾਹਿਬ, ਜਿਹੜੇ ਆਪਣੇ ਹਲਕਾ ਦੱਖਣੀ ਤੋਂ ਹੀ ਬੀਜੇਪੀ ਦੇ ਇਹਨਾਂ ਨੂੰ ਸੇਵਾਦਾਰ ਲਗਾਇਆ ਗਿਆ ਹੈ। ਅਣਖੀ ਪੰਜਾਬ ਟੀਵੀ ਦੀ ਖਾਸ ਰਿਪੋਰਟ।